हाँ जी स्टूडेंट्स, लास्ट टाइम ਤੁਸੀਂ ਐਮਿਸ਼ਨ ਸਪੈਕਟਰਮ ਦੇ ਬਾਰੇ ਪੜ੍ਹਿਆ, ਜਿਹਦੇ 'ਚ ਇਹ ਚੀਜ਼ ਦੇਖੀ ਗਈ ਕਿ ਜਦੋਂ ਪ੍ਰਿਜ਼ਮ ਦੇ ਵਿੱਚੋਂ ਕੋਈ ਇੱਕ ਸਿੰਗਲ ਬੀਮ ਜੋ ਹੈ ਕਿਸੇ ਵੀ ਐਟਮ ਦੀ ਲਾਈਟ ਦਾ ਜਦੋਂ ਪਾਰ ਕਰਕੇ ਲੰਘਦਾ ਹੈ ਤਾਂ ਉਸ ਤੋਂ ਬਾਅਦ ਡਿਫਰੈਂਟ ਜੋ ਲਾਈਨਸ ਨੇ ਉਹ ਪ੍ਰੋਡਿਊਸ ਹੁੰਦੀਆਂ ਨੇ, ਜਿਨ੍ਹਾਂ ਨੂੰ ਇੱਕ ਸਪੈਕਟਰੋਸਕੋਪ ਦੀ ਹੈਲਪ ਦੇ ਨਾਲ ਦੇਖਿਆ ਜਾ ਸਕਦਾ ਹੈ। ਸੋ ਉਹਨੂੰ ਲਾਈਨ ਸਪੈਕਟਰਮ ਦਾ ਵੀ ਨਾਮ ਦਿੱਤਾ ਗਿਆ ਤੇ ਐਟੋਮਿਕ ਸਪੈਕਟਰਮ ਵੀ ਹੈ ਉਹ ਐਮਿਸ਼ਨ ਸਪੈਕਟਰਮ। ਤੇ ਨੈਕਸਟ ਦੂਜੀ ਟਾਈਪ ਆਪਾਂ ਐਟੋਮਿਕ ਸਪੈਕਟਰਮ ਦੀ ਡਿਸਕਸ ਕਰਾਂਗੇ, ਉਹ ਹੈ ਅਬਜ਼ੋਰਪਸ਼ਨ ਸਪੈਕਟਰਾ ਜਾਂ ਅਬਜ਼ੋਰਪਸ਼ਨ ਸਪੈਕਟਰਮ। ਇਹ ਡਿਸਕਸ ਕਰਨ ਤੋਂ ਪਹਿਲਾਂ ਇਹਦੀ ਜੋ ਡਾਇਗਰਾਮ ਹੈ ਪਹਿਲਾਂ ਉਹ ਆਪਾਂ ਡਿਸਕਸ ਕਰਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦੇ ਬਾਰੇ ਦੇਖਾਂਗੇ। ਸੋ ਇਹ ਹੈ ਡਾਇਗਰਾਮ ਇੱਕ ਦਿੱਤੀ ਹੋਈ ਕਿ ਕੋਈ ਵੀ ਸਨਲਾਈਟ ਲਿਖਿਆ ਹੈ ਜਾਂ ਕੋਈ ਵੀ ਸੋਰਸ ਆਫ ਲਾਈਟ ਆਪਾਂ ਇੱਥੇ ਬਣਾ ਸਕਦੇ ਹਾਂ। ਬੇਸ਼ੱਕ ਇੱਥੇ ਤੁਸੀਂ ਕੋਈ ਸਨ ਬਣਾ ਲਓ, ਇਸ ਤਰ੍ਹਾਂ ਮਤਲਬ ਪੈਨਸਲ ਦੇ ਨਾਲ ਤੁਸੀਂ ਇਹ ਬਣਾ ਸਕਦੇ ਆ। ਇਹ ਉਹਦੇ ਵਿੱਚੋਂ ਲਾਈਟ ਨਿਕਲੀ। ਸੋ ਇਹ ਲਾਈਟ ਜਿਹੜੀ ਹੈ ਵਾਈਟ ਲਾਈਟ ਹੁੰਦੀ ਹੈ, ਇਹ ਸੂਰਜ ਦੀ ਰੋਸ਼ਨੀ ਜੋ ਹੁੰਦੀ ਹੈ। 7 ਕਲਰਸ ਹੁੰਦੇ ਆ ਵਾਈਟ ਲਾਈਟ ਦੇ ਵਿੱਚ, ਕਿਉਂਕਿ 7 ਕਲਰਸ ਤੋਂ ਮਿਲ ਕੇ ਬਣਦੀ ਹੈ ਇਹ ਵਿਬਗਿਓਰ ਬਣਦਾ। ਤੇ ਉਹਨੂੰ ਜਦੋਂ ਇੱਕ ਫਿਰ ਉਸੇ ਤਰ੍ਹਾਂ ਹੀ ਸਲਿੱਟ ਦੇ ਵਿੱਚੋਂ ਆਪਾਂ ਪਾਸ ਕਰਵਾਉਂਦੇ ਆ। ਸਲਿੱਟ ਜੋ ਹੈ ਇੱਕ ਪਲੇਟ ਹੁੰਦੀ ਹੈ ਜਿਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਹੋਲ ਹੁੰਦਾ, ਜਿਹਦੇ ਵਿੱਚੋਂ ਇੱਕ ਤਿੱਖਾ ਜੋ ਹੈ ਬੀਮ ਉਹ ਪਾਰ ਕਰਕੇ ਲੰਘਦਾ। ਇੱਥੇ ਆਹ ਇੰਸੀਡੈਂਟ ਲਾਈਟ ਜਿਹੜੀ ਇਹਦੇ ਵਿੱਚੋਂ ਪਾਰ ਕਰਕੇ ਲੰਘੀ, ਇੱਥੇ ਲਿਖ ਸਕਦੇ ਹੋ ਤੁਸੀਂ ਇੰਸੀਡੈਂਟ ਰੇਡੀਏਸ਼ਨ ਜਾਂ ਇੰਸੀਡੈਂਟ ਲਾਈਟ। ਅੱਗੇ ਇੱਕ ਕੱਚ ਦਾ ਕੰਟੇਨਰ ਰੱਖਿਆ ਹੋਇਆ ਜਿਹਦੇ ਵਿੱਚ ਸੋਡੀਅਮ ਕਲੋਰਾਈਡ ਦਾ ਸੋਲਿਊਸ਼ਨ ਪਾਇਆ ਹੋਇਆ। ਸੋ ਇੱਥੇ ਸੋਡੀਅਮ ਕਲੋਰਾਈਡ ਦਾ ਜੋ ਸੋਲਿਊਸ਼ਨ ਹੈ ਕੀ ਕਰਦਾ ਹੈ ਕਿ ਸਨਲਾਈਟ ਜਿਹਦੇ ਵਿੱਚ 7 ਕਲਰਸ ਨੇ ਉਹਨਾਂ ਕਲਰਸ ਨੂੰ ਇਹ ਅਬਜ਼ੌਰਬ ਕਰ ਲੈਂਦਾ, ਸੋਖ ਲੈਂਦਾ ਆਪਣੇ ਵਿੱਚ। ਫਿਰ ਉਸ ਤੋਂ ਬਾਅਦ ਲਾਈਟ ਨਿਕਲਦੀ ਹੈ, ਉਹਨੂੰ ਟਰਾਂਸਮਿਟਡ ਲਾਈਟ ਦਾ ਨਾਮ ਦਿੰਦੇ ਆ। ਇਹ ਲਾਈਟ ਜਦੋਂ ਫਿਰ ਪ੍ਰਿਜ਼ਮ ਦੇ ਵਿੱਚੋਂ ਪਾਰ ਕਰਕੇ ਲੰਘਦੀ ਹੈ ਤਾਂ ਦੋ ਤਰ੍ਹਾਂ ਦੀਆਂ ਸਾਡੇ ਕੋਲ ਡਾਰਕ ਲਾਈਨਸ ਬਣਦੀਆਂ ਨੇ। ਤੇ ਇਹ ਜੋ ਡਾਰਕ ਲਾਈਨਸ ਨੇ ਇਹਨਾਂ ਦੀ ਵੀ ਵੇਵਲੈਂਥ ਉਨੀ ਹੀ ਹੁੰਦੀ ਹੈ ਜਿੰਨੀ ਕਿ ਅਬਜ਼ੋਰਪਸ਼ਨ ਸਪੈਕਟਰਮ ਦੇ ਵਿੱਚ ਜਿਹੜੀਆਂ ਲਾਈਨਸ ਬਣੀਆਂ ਸੀ। ਸੋ ਇਹ ਆਪਾਂ ਡਿਸਕਸ ਵੀ ਕਰਾਂਗੇ ਇਹਦੇ ਵਿੱਚ। ਅਬਜ਼ੋਰਪਸ਼ਨ ਸਪੈਕਟਰਮ ਦੇ ਵਿੱਚ ਜਿਵੇਂ ਐਮਿਸ਼ਨ ਸਪੈਕਟਰਮ ਦੇ ਵਿੱਚ ਡਾਰਕ ਲਾਈਨਸ ਬਣੀਆਂ, ਉਸੇ ਤਰ੍ਹਾਂ ਦੀ ਵੇਵਲੈਂਥ ਦੀਆਂ ਇੱਥੇ ਵੀ ਬਣਦੀਆਂ ਨੇ। ਤਾਂ ਆਹ ਸਾਹਮਣੇ ਆਹ ਇਸ ਤਰ੍ਹਾਂ ਤਿਰਛੀ ਜੋ ਲੱਗੀ ਹੋਈ ਹੈ ਇਹ ਸਕਰੀਨ ਹੈ, ਜਿਵੇਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ। ਤੇ ਇਹਨੂੰ ਸਕਰੀਨ ਨੂੰ ਜਦੋਂ ਇਸ ਤਰ੍ਹਾਂ ਕਰਕੇ ਦੇਖਦੇ ਹਾਂ, ਪਹਿਲਾਂ ਵੀ ਦੱਸਿਆ ਸੀ ਕਿ ਇਸ ਤਰ੍ਹਾਂ ਲੱਗੀ ਹੋਈ ਹੈ। ਫਿਰ ਜਦੋਂ ਇਸ ਤਰ੍ਹਾਂ ਕਰਕੇ ਦੇਖਦੇ ਹਾਂ ਤਾਂ ਇਹ ਸਾਡੇ ਕੋਲ ਦੱਸਿਆ ਹੋਇਆ ਕਿ ਇਸ ਤਰ੍ਹਾਂ ਆਹ ਡਾਰਕ ਲਾਈਨਸ ਜਿਹੜੀਆਂ ਨੇ ਇਹਦੀਆਂ ਬਣੀਆਂ, ਜੋ ਕਿ ਅਬਜ਼ੌਰਬ ਹੋਣ ਤੋਂ ਬਾਅਦ ਕਲਰਸ ਅਬਜ਼ੌਰਬ ਹੋ ਗਏ ਤੇ ਡਾਰਕ ਕਲਰ ਦੀਆਂ ਲਾਈਨਸ ਜਿਹੜੀਆਂ ਨੇ ਉਹੀ ਇੱਥੇ ਜਾ ਕੇ ਬਣੀਆਂ ਫੋਟੋਗ੍ਰਾਫਿਕ ਪਲੇਟ ਦੇ ਉੱਤੇ। ਸੋ ਹੁਣ ਇਹ ਡਾਇਗਰਾਮ ਤੁਸੀਂ ਦੇਖ ਲਈਏ ਤੇ ਇਹਦੇ ਬਾਰੇ ਆਪਾਂ ਇੱਥੇ ਡਿਸਕਸ ਕਰਾਂਗੇ। ਲਿਖਿਆ ਹੋਇਆ ਪਹਿਲਾਂ ਤਾਂ ਡੈਫੀਨੇਸ਼ਨ ਹੈ ਦੀ ਅਬਜ਼ੌਰਪਸ਼ਨ ਸਪੈਕਟਰਮ ਦੀ। when a continuous electromagnetic radiation, say white light, मान लिया कहते white light है, continuous electromagnetic radiation ਜਿਹੜੀ ਸੂਰਜ ਤੋਂ ਆ ਰਹੀ ਹੈ, is allowed to pass through a gas or a solution of some salt। ਕਹਿੰਦੇ ਜਦੋਂ ਇਹਨੂੰ ਅਲਾਉ ਕੀਤਾ ਜਾਂਦਾ ਹੈ ਕਿ ਜਾਂ ਤਾਂ ਕਿਸੇ ਗੈਸ ਦੇ ਵਿੱਚੋਂ ਪਾਸ ਕਰਵਾਇਆ ਜਾਵੇ ਉਹਨੂੰ ਜਾਂ ਕਿਸੇ ਸਾਲਟ ਦੇ ਸੋਲਿਊਸ਼ਨ ਦੇ ਵਿੱਚੋਂ। ਐਂਡ ਦਾ ਟਰਾਂਸਮਿਟਡ ਲਾਈਟ ਇਜ਼ ਐਨਾਲਾਈਜ਼ਡ। ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਟਰਾਂਸਮਿਟਡ ਲਾਈਟ ਅੱਗੇ ਪ੍ਰੋਡਿਊਸ ਹੋਈ, ਇਜ਼ ਐਨਾਲਾਈਜ਼ਡ। then we obtain a spectrum in which dark lines are observed in an otherwise continuous spectrum। ਤੇ ਕਹਿੰਦੇ ਜਦੋਂ ਫਿਰ ਉਹ ਆਪਾਂ ਟਰਾਂਸਮਿਟਡ ਲਾਈਟ ਨੂੰ ਐਨਾਲਾਈਜ਼ ਕੀਤਾ ਤਾਂ ਇਹ ਦੇਖਿਆ ਕਿ ਇੱਕ ਡਾਰਕ ਲਾਈਨਸ ਦਾ ਜੋ ਹੈ ਉਹ ਸਪੈਕਟਰਮ ਕੰਟੀਨਿਊਅਸ ਵੇ ਦੇ ਵਿੱਚ ਬਣਿਆ ਹੋਇਆ ਸਾਨੂੰ ਨਜ਼ਰ ਆਇਆ। these dark lines indicate that the radiations of corresponding wavelengths have been absorbed by the substance from the white light। ਕਹਿੰਦੇ ਇਹ ਡਾਰਕ ਲਾਈਨਸ ਇਹ ਚੀਜ਼ ਸ਼ੋ ਕਰਦੀਆਂ ਨੇ ਕਿ ਜਿਹੜੀਆਂ ਡਿਫਰੈਂਟ ਕਲਰ ਦੀ ਵੇਵਲੈਂਥ ਦੀਆਂ ਰੇਡੀਏਸ਼ਨਸ ਸੀ ਉਹਨਾਂ ਨੂੰ ਜਿਹੜੀਆਂ ਵਾਈਟ ਲਾਈਟ ਦੇ ਵਿੱਚੋਂ ਰੇਡੀਏਸ਼ਨਸ ਆਈਆਂ ਡਿਫਰੈਂਟ ਵੇਵਲੈਂਥ ਦੀਆਂ, ਉਹਨਾਂ ਨੂੰ ਅਬਜ਼ੌਰਬ ਕਰ ਲਿਆ ਉਸ ਸਬਸਟੈਂਸ ਨੇ। ਕਿਹੜੀ ਸਬਸਟੈਂਸ? ਇੱਥੇ ਕੋਈ ਸਾਲਟ ਦਾ ਸੋਲਿਊਸ਼ਨ, ਜਿਵੇਂ ਇੱਥੇ ਤੁਸੀਂ ਡਾਇਗਰਾਮ 'ਚ ਦੇਖਿਆ ਕਿ ਸੋਡੀਅਮ ਕਲੋਰਾਈਡ ਦਾ ਸੋਲਿਊਸ਼ਨ ਲਿਆ ਹੋਇਆ। ਸੋ ਉਹਨੇ ਇਹ ਕਲਰਸ ਅਬਜ਼ੌਰਬ ਕਰ ਲਏ। ਸੱਚ ਅ ਸਪੈਕਟਰਮ ਕੰਟੇਨਿੰਗ ਅ ਫਿਊ ਡਾਰਕ ਲਾਈਨਸ due to absorption of light is known as absorption spectrum। ਇਹੋ ਜਿਹਾ ਸਪੈਕਟਰਮ ਜਿਹਦੇ 'ਚ ਕੁਝ ਡਾਰਕ ਲਾਈਨਸ ਬਣਦੀਆਂ ਨੇ, ਕਾਹਦੇ ਕਰਕੇ? ਡਿਊ ਟੂ ਦਾ ਅਬਜ਼ੌਰਪਸ਼ਨ ਆਫ ਲਾਈਟ, ਕਿ ਲਾਈਟ ਅਬਜ਼ੌਰਬ ਹੋਣ ਦੇ ਕਰਕੇ ਜਿਹੜੀਆਂ ਡਾਰਕ ਲਾਈਨਸ ਬਣਦੀਆਂ ਨੇ, ਇਹੋ ਜਿਹੇ ਸਪੈਕਟਰਮ ਨੂੰ ਅਬਜ਼ੌਰਪਸ਼ਨ ਸਪੈਕਟਰਮ ਦਾ ਨਾਮ ਦਿੱਤਾ ਜਾਂਦਾ ਹੈ। ਤੇ ਇਸ ਤੋਂ ਬਾਅਦ ਦੇ ਵਿੱਚ ਦੱਸਿਆ ਹੋਇਆ ਫਿਰ the dark lines of definite wavelengths are also characteristic of the substance। ਕਹਿੰਦੇ ਇਹ ਡਿਫਰੈਂਟ ਵੇਵਲੈਂਥ ਦੀਆਂ ਜਿਹੜੀਆਂ ਡਾਰਕ ਲਾਈਨਸ ਬਣਦੀਆਂ ਨੇ ਇਹ ਵਿਸ਼ੇਸ਼ਤਾ ਦੱਸਦੀਆਂ ਨੇ ਉਸ ਸਬਸਟੈਂਸ ਦੀਆਂ ਜਿਹਦੇ ਵਿੱਚੋਂ ਇਹਨਾਂ ਨੂੰ ਪਾਸ ਕਰਵਾਇਆ ਜਾਂਦਾ ਹੈ। ਮੀਨਸ ਸੋਡੀਅਮ ਸਾਲਟ ਦੇ ਵਿੱਚੋਂ ਪਾਸ ਕਰਵਾਇਆ ਤਾਂ ਉਹਦੀ ਵਿਸ਼ੇਸ਼ਤਾ ਦੱਸ ਦਿੱਤੀ, ਕਿਸੇ ਹੋਰ ਦੇ ਵਿੱਚੋਂ ਪਾਸ ਕਰਵਾਉਂਦੇ ਤਾਂ ਉਹਦੀ ਵਿਸ਼ੇਸ਼ਤਾ ਦੱਸ ਦੇਣੀ ਸੀ।
ਤੇ ਇੱਥੇ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਇਹਨਾਂ ਨੇ। ਇਟ ਮੇ ਬੀ ਨੋਟਡ ਦੈਟ these dark lines appear exactly at the same place where the lines in the emission spectrum appear। ਕਹਿੰਦੇ ਇਹ ਵੀ ਚੀਜ਼ ਇੱਥੇ ਨੋਟ ਕੀਤੀ ਜਾਂਦੀ ਹੈ ਕਿ ਇਹ ਜਿਹੜੀਆਂ ਡਾਰਕ ਲਾਈਨਸ ਇੱਥੇ ਬਣੀਆਂ ਨੇ ਇਹੋ ਜਿਹੀਆਂ ਹੀ ਜਿਹੜੀਆਂ ਲਾਈਨਸ ਸੀ ਉਹ ਬਿਲਕੁਲ ਐਮਿਸ਼ਨ ਸਪੈਕਟਰਮ ਦੇ ਵਿੱਚ ਵੀ ਦੇਖੀਆਂ ਗਈਆਂ। ਉੱਥੇ ਇਹ ਸੀ ਕਿ ਉੱਥੇ ਐਮਿਸ਼ਨ ਸਪੈਕਟਰਮ ਦੇ ਵਿੱਚ ਕਲਰਡ ਲਾਈਨਸ ਬਣੀਆਂ ਤੇ ਇੱਥੇ ਡਾਰਕ ਲਾਈਨਸ ਬਣ ਗਈਆਂ। ਇਹ ਸਿਰਫ ਡਿਫਰੈਂਸ ਹੈ ਕਿਉਂਕਿ ਕਲਰ ਜੋ ਹੈ ਉੱਥੇ ਉਸ ਸਾਲਟ ਨੇ ਅਬਜ਼ੌਰਵ ਕਰ ਲਿਆ, ਬਾਕੀ ਵੇਵਲੈਂਥ ਦੇ ਵਿੱਚ ਕੋਈ ਫਰਕ ਨਹੀਂ ਆਇਆ। ਫॉर एग्जांपल the emission spectrum of sodium consists of two important yellow lines at 589 and 589.6 nanometers। ਕਹਿੰਦੇ ਐਮਿਸ਼ਨ ਸਪੈਕਟਰਮ ਜੇਕਰ ਆਪਾਂ ਸੋਡੀਅਮ ਲਾਈਟ ਦਾ ਕਰਵਾਉਂਦੇ ਤਾਂ ਉਹਦੇ ਵਿੱਚ ਦੋ ਯੈਲੋ ਲਾਈਨਸ ਬਣਦੀਆਂ ਨੇ ਇਸ ਵੇਵਲੈਂਥ ਦੇ ਉੱਤੇ, ਇੱਕ 599 ਨੈਨੋਮੀਟਰ ਦੀ ਵੇਵਲੈਂਥ ਦੇ ਉੱਤੇ, ਇੱਕ 599.6 ਨੈਨੋਮੀਟਰ ਦੇ ਉੱਤੇ। On the other hand, when white light is passed through the vapors of sodium, then we get dark lines in the absorption spectrum at 589 and 589.6 ਨੈਨੋਮੀਟਰ। ਤੇ ਦੂਜੇ ਪਾਸੇ ਵੀ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਜਦੋਂ ਉਹੀ ਸੋਡੀਅਮ ਦੇ ਵੇਪਰਸ ਦੇ ਵਿੱਚੋਂ ਉਹ ਵਾਈਟ ਲਾਈਟ ਨੂੰ ਪਾਸ ਕਰਵਾਇਆ ਗਿਆ ਤਾਂ ਉਸ ਸਮੇਂ ਵੀ ਜਿਹੜੀਆਂ ਡਾਰਕ ਲਾਈਨਸ ਜਿਹੜੀਆਂ ਪ੍ਰਾਪਤ ਹੋਈਆਂ ਉਹਨਾਂ ਦੀ ਵੀ ਵੇਵਲੈਂਥ ਸੇਮ ਹੀ ਸੀ ਜਿੰਨੀ ਕਿ ਐਮਿਸ਼ਨ ਸਪੈਕਟਰਮ ਦੇ ਵਿੱਚ ਪਾਈ। ਸੋ ਇਟ ਮੀਨਸ ਤਾਂ ਹੀ ਇੱਥੇ ਲਾਈਨ ਲਿਖੀ ਗਈ ਕਿ ਜਿਹੜੀਆਂ ਡਾਰਕ ਲਾਈਨਸ ਨੇ ਡੈਫੀਨਿਟ ਵੇਵਲੈਂਥ ਦੀਆਂ ਇਹ ਵੀ ਕਿਸੇ ਸਬਸਟੈਂਸ ਦੀ ਵਿਸ਼ੇਸ਼ਤਾ ਦੇ ਬਾਰੇ ਦਰਸਾਉਂਦੀਆਂ ਨੇ। ਇਹ ਨਹੀਂ ਹੈ ਕਿ ਉਹਦੀ ਵੇਵਲੈਂਥ ਜਾਂ ਫਰੀਕੁਐਂਸੀ ਚੇਂਜ ਹੋ ਜਾਂਦੀ ਹੈ, ਸਿਰਫ ਇਹੀ ਹੈ ਕਿ ਜੋ ਕਲਰ ਸੀ ਉਹ ਅਬਜ਼ੌਰਵ ਕਰ ਲਿਆ ਗਿਆ ਸਬਸਟੈਂਸ ਦੇ ਦੁਆਰਾ, ਬਟ ਰੇਡੀਏਸ਼ਨਸ ਉਨੀ ਹੀ ਵੇਵਲੈਂਥ ਦੀਆਂ ਜਿਹੜੀਆਂ ਨੇ ਉਹ ਅੱਗੇ ਸਪੈਕਟਰੋਸਕੋਪ ਦੇ ਉੱਪਰ ਦੇਖੀਆਂ ਗਈਆਂ। ਤੇ ਡਾਇਗਰਾਮ ਤੁਸੀਂ ਬਣਾ ਲੈਣੀ ਹੈ ਜਿਵੇਂ ਤੁਸੀਂ ਇਹਦੇ 'ਚ ਦੇਖ ਲਿਆ। ਇਹ ਬੁੱਕ ਦੇ ਵਿੱਚ ਤੁਹਾਡਾ ਦਿੱਤਾ ਹੋਇਆ ਕੁਝ ਟੌਪਿਕ ਇਹੋ ਜਿਹੇ ਜਿਹੜੇ ਤੁਹਾਡੇ ਬੁੱਕ ਦੇ ਵਿੱਚੋਂ ਕਰਵਾਉਣਾ ਹੈ, ਕੁਝ ਨੋਟਸ ਦੇ ਵਿੱਚੋਂ ਜਿੱਥੋਂ ਜਿਹੜਾ ਟੌਪਿਕ ਲੱਗਦਾ ਹੈ ਕਿ ਸਹੀ ਹੈ ਉਹ ਤੁਹਾਨੂੰ ਉੱਥੋਂ ਕਰਵਾਇਆ ਜਾ ਰਿਹਾ। ਤੇ ਮੈਂ ਜੋ ਲਾਸਟ ਟਾਈਮ ਤੁਹਾਨੂੰ ਟੌਪਿਕ ਕਰਵਾਇਆ ਸੀ ਇੱਕ ਐਟੋਮਿਕ ਸਪੈਕਟਰਮ ਦਾ, ਇਹਦੇ 'ਚ ਮੈਂ ਦੱਸਿਆ ਸੀ ਕਿ ਤੁਸੀਂ ਆ ਜੋ ਡਾਰਕ ਕੀਤਾ ਹੋਇਆ ਸਿਰਫ ਇਹੀ ਡੈਫੀਨੇਸ਼ਨਸ ਲਿਖਣੀਆਂ ਨੇ ਇਹਦੀਆਂ, ਬਟ ਮੈਂ ਦੇਖਿਆ ਕਈ ਬੱਚਿਆਂ ਨੇ ਸਾਰੇ ਦਾ ਸਾਰੇ ਲਿਖਿਆ ਹੋਇਆ, ਇਹਦਾ ਸਾਰੇ ਲਿਖਣ ਦਾ ਕੋਈ ਫਾਇਦਾ ਨਹੀਂ ਹੈ। ਸਿਰਫ ਇਹੀ ਹੈ ਕਿ ਤੁਸੀਂ ਆਹ ਇੱਕ ਡਿਸਪਰਜਨ ਤੇ ਸਪੈਕਟਰਮ ਇਹਦੀ ਡੈਫੀਨੇਸ਼ਨ ਲਿਖਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਆਹ ਐਟੋਮਿਕ ਸਪੈਕਟਰਮ ਆਪਾਂ ਡਿਸਕਸ ਕਰਨਾ ਹੈ। ਇਹ ਸਾਡੇ ਕੰਮ ਦੀ ਜੋ ਚੀਜ਼ ਹੈ ਇੱਥੇ, ਮਤਲਬ ਤੁਹਾਨੂੰ ਕੋਈ ਥਿਊਰੀ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ, ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ। ਸਿਰਫ ਤੁਹਾਡੇ ਜੋ ਨੋਟਸ ਬਣਵਾਏ ਜਾ ਰਹੇ ਉਹਨਾਂ ਦੇ ਵਿੱਚ ਜੋ ਜੋ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਉਹੀ ਲਿਖੋ। ज़्यादा लिखण का तुहानूं कोई फायदा नहीं है, पेपरां दे विच कोई ज़्यादा नंबर नहीं आने दे। सो जिन्ना तुहानूं दस्सिया जांदा है बस तुसीं उन्ना ही लिखना है। सो अज दे लई इन्ने टॉपिक सी तुहाडा। नैक्सट टॉपिक जो है तुहाडा वो आपां नैक्सट वीडियो दे विच डिस्कस करांगे। थैंक यू।